हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਤੁਹਾਡਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਸੋ ਚੱਲਦੇ ਹਾਂ ਅੱਜ ਦੀਆਂ ਆਪਣੀਆਂ ਇਟਾਲੀਅਨ ਨਿਊਜ਼ ਦੇ ਉੱਪਰ। ਸਭ ਤੋਂ ਪਹਿਲਾਂ ਦੇਖਾਂਗੇ ਕਿ ਜਿਹੜੇ ਇਟਲੀ ਦੇ ਵਿੱਚ ਕੇਸਿਸ ਵਗੈਰਾ ਕਿੰਨੇ ਆਏ ਹਨ। ਜਿਹੜੇ ਕੇਸ ਹਨ ਇਹਨਾਂ ਦੀ ਜਿਹੜੀ ਗਿਣਤੀ ਘਟਣੀ ਸ਼ੁਰੂ ਹੋ ਚੁੱਕੀ ਹੈ। ਅੱਜ ਦੀ ਜਿਹੜੀ ਕੇਸ ਹਨ 39,963 ਨਵਾਂ ਕੇਸ ਆਇਆ ਹੈ ਤੇ 173 ਲੋਕ ਜਿਹੜੇ ਇਸ ਦੀ ਵਜ੍ਹਾ ਦੇ ਨਾਲ ਜਿਨ੍ਹਾਂ ਦੀ ਜਾਨ ਗਈ ਹੈ। ਬਾਕੀ ਇਹਦੇ ਵਿੱਚ ਜਿਹੜੀ 10 ਦੀ ਪੋਜ਼ੀਟਿਵਤਾ ਇਸ ਟਾਈਮ ਵੀ 10.5 ਦੇ ਉੱਤੇ ਬਣੀ ਹੋਈ ਹੈ। ਇਸ ਤੋਂ ਇਲਾਵਾ 3,81,484 ਜਿਹੜੇ ਟੈਸਟ ਕੀਤੇ ਗਏ ਹਨ ਪੂਰੀ ਇਟਲੀ ਦੇ ਵਿੱਚ। ਬਾਕੀ ਹੁਣ ਆਪਾਂ ਗੱਲ ਕਰੀਏ ਰੂਸ ਔਰ ਯੂਕਰੇਨ ਦੇ ਬਾਰੇ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਰੂਸ ਦੀ ਜਿਹੜੀ ਫੌਜ ਹੈ, ਜਿੰਨੇ ਵੀ ਇਸਨੇ ਯੂਕਰੇਨ ਦੇ ਹਮਲੇ ਕੀਤੇ ਹਨ ਹੁਣ ਤੱਕ, ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ 2,000 ਤੋਂ ਜ਼ਿਆਦਾ ਜਿਹੜੇ ਉੱਥੇ ਦੇ ਬੇਸਿਕ ਫੌਜੀ ਢਾਂਚੇ ਸਨ ਇਹ ਯੂਕਰੇਨ ਦੇ ਵਿੱਚ ਤਬਾਹ ਕਰ ਦਿੱਤੇ ਗਏ ਹਨ। ਇਹਦੇ ਵਿੱਚ ਜਿਹੜੇ 71 ਕਮਾਂਡ ਪੋਸਟਾਂ ਅਤੇ ਸੰਚਾਰ ਕੇਂਦਰ ਆਉਂਦੇ ਹਨ, 98 ਜਿਹੜੇ ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਅਤੇ ਇਸ ਤੋਂ ਇਲਾਵਾ ਜਿਹੜੇ 61 ਰਡਾਰ ਸਟੇਸ਼ਨ ਇਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਜਹਾਜ਼ ਆਪਾਂ ਫਾਈਟਰ ਜਿਹੜੇ ਪਲੇਨ ਹੁੰਦੇ ਹਨ, ਇਹਨਾਂ ਨੂੰ 66 ਜਿਹੜੇ ਫਾਈਟਰ ਪਲੇਨ ਜ਼ਮੀਨ ਦੇ ਉੱਤੇ ਖੜ੍ਹੇ ਸਨ ਇਹਨਾਂ ਨੂੰ ਤਬਾਹ ਕੀਤਾ ਗਿਆ ਹੈ। ਅਤੇ ਇਸ ਤੋਂ ਇਲਾਵਾ 16 ਜਿਹੜੇ ਜਹਾਜ਼ ਹਵਾ ਦੇ ਵਿੱਚ ਉੱਡ ਰਹੇ ਸਨ ਇਹਨਾਂ ਨੂੰ ਤਬਾਹ ਕੀਤਾ ਗਿਆ ਹੈ। 708 ਜਿਹੜੇ ਟੈਂਕ ਹਨ ਅਤੇ ਇਸ ਤੋਂ ਇਲਾਵਾ ਬਖਤਰਬੰਦ ਲੜਾਕੂ ਜਹਾਜ਼ ਜਿਹੜੇ ਇਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। 261 ਜਿਹੜੀਆਂ ਫੀਲਡ ਆਰਟਿਲਰੀ ਹਨ ਅਤੇ ਮੋਟਰਰ ਹਨ। ਇਸ ਤੋਂ ਇਲਾਵਾ 74 ਮਲਟੀਪਲ ਰੋਕਟ ਲਾਂਚਰ, 505 ਜਿਹੜੇ ਸੈਨਾ ਦੇ ਟਰੱਕ ਸਨ ਅਤੇ 56 ਇਹੋ ਜਿਹੇ ਜਹਾਜ਼ ਜਿਹੜੇ ਕਿ ਰਾਹਤ ਕੰਮਾਂ ਦੇ ਵਾਸਤੇ ਵਰਤੇ ਜਾ ਰਹੇ ਸਨ, ਇਹਨਾਂ ਨੂੰ ਵੀ ਤਬਾਹ ਕੀਤਾ ਗਿਆ ਹੈ। ਬਾਕੀ ਯੂਕਰੇਨ ਦੇ ਵਿੱਚ ਇੱਕ ਜਿਹੜਾ ਗੋਲਾ ਬਰੂਦ ਰੱਖਣ ਦੇ ਵਾਸਤੇ ਇੱਕ ਡਿਪੂ ਸੀ ਉਸ ਨੂੰ ਵੀ ਤਬਾਹ ਕੀਤਾ ਗਿਆ। ਇਸ ਨੂੰ ਲੰਬੀ ਦੂਰੀ ਦੀ ਮਿਜ਼ਾਈਲ ਦੇ ਨਾਲ ਜਿਹੜਾ ਤਬਾਹ ਕੀਤਾ ਗਿਆ ਹੈ ਰੂਸ ਦੇ ਵੱਲੋਂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਤੀਸਰੀ ਵਰਲਡ ਵਾਰ ਹੈ ਕੀ ਇਹ ਲੱਗ ਸਕਦੀ ਹੈ। ਜਿਸ ਤਰ੍ਹਾਂ ਕਿ ਸਾਰੇ ਇਹੀ ਕਹਿ ਰਹੇ ਹਨ ਕਿ ਜਿਹੜਾ ਇਹ ਰੂਸ ਔਰ ਯੂਕਰੇਨ ਦਾ ਯੁੱਧ ਹੈ ਇਹ ਤੀਸਰੀ ਜੰਗ ਦੇ ਵਿੱਚ ਤਬਦੀਲ ਹੋ ਸਕਦਾ ਹੈ ਵਰਲਡ ਲੈਵਲ ਦੇ ਉੱਪਰ। ਹੁਣ ਇਹਦੇ ਵਿੱਚ ਜਿਹੜਾ ਸਾਰਾ ਜੇ ਆਪਾਂ ਸਟਾਰਟਿੰਗ ਇਸ ਦੀ ਦੇਖੀਏ ਤਾਂ ਜਿਹੜਾ ਯੂਕਰੇਨ ਸੀ ਉਹ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਸੀ। ਨਾਟੋ ਇੱਕ ਅਜਿਹਾ ਗਰੁੱਪ ਹੈ ਜਿਹਦੇ ਵਿੱਚ 30 ਦੇ ਕਰੀਬ ਜਿਹੜੇ ਦੇਸ਼ ਹਨ ਜਿਹੜੇ ਕਿ ਅਮਰੀਕਾ ਦੇ ਪੱਖ ਦੇ ਵਿੱਚ ਹਨ ਅਤੇ ਇਹਨਾਂ ਨੇ ਇੱਕ ਸਮਝੌਤਾ ਕਰਕੇ ਰੱਖਿਆ ਹੋਇਆ ਕਿ ਕੋਈ ਵੀ ਜਿਹੜਾ ਦੇਸ਼ ਹੈ, ਅਗਰ ਕੋਈ ਮੰਨ ਲਓ ਗੈਰ ਨਾਟੋ ਦੇਸ਼ ਹੈ, ਉਹ ਇਹਨਾਂ 30 ਦੇਸ਼ਾਂ ਦੇ ਵਿੱਚੋਂ ਕਿਸੇ ਦੇਸ਼ ਦੇ ਉੱਤੇ ਵੀ ਅਗਰ ਹਮਲਾ ਕਰਦਾ ਹੈ ਤਾਂ ਜਿਹੜੇ 30 ਦੇ 30 ਦੇਸ਼ ਹੋਣਗੇ ਸਾਰੇ ਮਿਲ ਕੇ ਉਸ ਹਮਲੇ ਦਾ ਮੁਕਾਬਲਾ ਕਰਨਗੇ। ਅਤੇ ਯੂਕਰੇਨ ਜਿੱਦਾਂ ਕਿ ਜਿਹੜਾ ਕਿ ਇੱਕ ਰੂਸ ਦਾ ਪਹਿਲਾਂ ਹਿੱਸਾ ਹੁੰਦਾ ਸੀ ਅਤੇ 1991 ਦੇ ਵਿੱਚ ਰੂਸ ਤੋਂ ਵੱਖਰਾ ਹੋਇਆ ਸੀ, ਇਸ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ ਕਿ ਇਹ ਨਾਟੋ ਦਾ ਮੈਂਬਰ ਬਣ ਜਾਵੇ। ਅਗਰ ਇੱਕ ਵਾਰ ਇਹ ਨਾਟੋ ਦਾ ਮੈਂਬਰ ਬਣਦਾ ਤਾਂ ਫਿਰ ਰੂਸ ਨੂੰ ਇਸ ਦੇ ਉੱਤੇ ਹਮਲਾ ਕਰਨਾ ਜਾਂ ਇਸ ਦੇ ਨਾਲ ਕੋਈ ਵੀ ਛੇੜਛਾੜ ਕਰਨੀ ਔਖੀ ਹੋ ਸਕਦੀ ਹੈ ਭਵਿੱਖ ਦੇ ਵਿੱਚ। ਅਤੇ ਜਿਹੜਾ ਰੂਸ ਇਸ ਦਾ ਵਿਰੋਧ ਇਸੇ ਕਰਕੇ ਕਰ ਰਿਹਾ ਕਿ ਤੂੰ ਨਾਟੋ ਦਾ ਮੈਂਬਰ ਨਹੀਂ ਬਣਨਾ। ਦੂਜੇ ਪਾਸੇ ਯੂਕਰੇਨ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਉਹ ਨਾਟੋ ਦਾ ਮੈਂਬਰ ਬਣ ਕੇ ਹੀ ਰਹੇਗਾ। ਬਸ ਜਿਹੜਾ ਸਾਰਾ ਝਗੜਾ ਇਸੇ ਗੱਲ ਤੋਂ ਸਟਾਰਟ ਹੁੰਦਾ ਹੈ। ਬਾਕੀ ਇਹਦੇ ਵਿੱਚ ਇੱਕ ਚੀਜ਼ ਜਿਹੜੀ ਕਿ ਬਹੁਤ ਜ਼ਿਆਦਾ ਦਿਮਾਗ ਦੇ ਨਾਲ ਸੋਚਣ ਵਾਲੀ ਹੈ ਉਹ ਇਹ ਹੈ ਕਿ ਜਿਸ ਟਾਈਮ ਯੂਕਰੇਨ ਨੇ ਨਾਟੋ ਦਾ ਮੈਂਬਰ ਅਜੇ ਤੱਕ ਉਹ ਨਹੀਂ ਬਣਿਆ ਅਤੇ ਉਹ ਨਾਟੋ ਦਾ ਮੈਂਬਰ ਇਸ ਕਰਕੇ ਹੀ ਬਣਨਾ ਚਾਹੁੰਦਾ ਹੈ ਤਾਂ ਕਿ ਉਸ ਰੂਸ ਦੇ ਨਾਲ ਯੁੱਧ ਵਗੈਰਾ ਤੋਂ ਬਚ ਸਕੇ। ਪਰੰਤੂ ਉਸਦੀ ਇਹ ਜਿਹੜੀ ਜਿੱਦ ਹੈ ਜੀ ਨਾਟੋ ਦਾ ਮੈਂਬਰ ਬਣਨ ਦੀ, ਇਸ ਦੀ ਵਜ੍ਹਾ ਦੇ ਨਾਲ ਹੀ ਯੂਕਰੇਨ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਟਾਈਮ ਜਿਹੜਾ ਯੁੱਧ ਹੈ ਸ਼ੁਰੂ ਹੋ ਚੁੱਕਾ ਹੈ ਅਤੇ ਬਹੁਤ ਜਿਹੜਾ ਭਾਰੀ ਨੁਕਸਾਨ ਯੂਕਰੇਨ ਦੇ ਵਿੱਚ ਵੀ ਹੋਇਆ ਹੈ। ਬਾਕੀ ਇਹਨਾਂ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜਾ ਕਿ ਨੋ ਫਲਾਇੰਗ ਜ਼ੋਨ, ਜਿਸ ਦੇ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਸਾਹਿਬ ਜਿਹੜੇ ਹਨ ਉਹਨਾਂ ਨੇ ਨਾਟੋ ਨੂੰ ਕਿਹਾ ਸੀ ਕਿ ਜਿਹੜਾ ਇਸ ਨੂੰ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਵੇ। ਮਤਲਬ ਪੂਰਾ ਜਿਹੜਾ ਯੂਕਰੇਨ ਹੈ ਇਸ ਦਾ ਜਿਹੜਾ ਉੱਪਰ ਵਾਲਾ ਆਕਾਸ਼ ਹੈ ਉਸ ਨੂੰ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਵੇ। ਹੁਣ ਅਗਰ ਇਸ ਨੂੰ ਜਿਹੜਾ ਨਾਟੋ ਹੈ ਨੋ ਫਲਾਇੰਗ ਜ਼ੋਨ ਘੋਸ਼ਿਤ ਕਰ ਦਿੰਦਾ ਤਾਂ ਫਿਰ ਜਿਹੜਾ ਇੱਥੋਂ ਕੋਈ ਵੀ ਅਨਆਥੋਰਾਈਜ਼ ਜਿਹੜਾ ਜਹਾਜ਼ ਹੋਏਗਾ ਉਹ ਇੱਥੋਂ ਨਹੀਂ ਜਾ ਸਕਦਾ ਅਤੇ ਇਸ ਦੇ ਵਾਸਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਸਕਦੀ ਹੈ। ਦੂਜੇ ਪਾਸੇ ਰੂਸ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਕੋਈ ਵੀ ਬੰਦਾ ਤੀਸਰਾ ਪੱਖ ਜਿਹੜਾ ਹੋਏਗਾ ਯੂਕਰੇਨ ਤੋਂ ਇਲਾਵਾ, ਅਗਰ ਯੂਕਰੇਨ ਦੇ ਜਿਹੜੇ ਆਕਾਸ਼ ਹੈ ਇਸ ਨੂੰ ਨੋ ਫਲਾਇੰਗ ਜ਼ੋਨ ਜਿਹੜਾ ਹੈ ਜੀ ਘੋਸ਼ਿਤ ਕਰਦਾ ਹੈ ਤਾਂ ਜਿਹੜਾ ਮਾਸਕੋ ਹੈ, ਰੂਸ ਹੈ, ਇਸ ਨੂੰ ਇਹ ਮੰਨ ਕੇ ਚੱਲੇਗਾ ਕਿ ਉਹ ਜਿਹੜਾ ਤੀਸਰਾ ਪੱਖ ਹੈ ਯੁੱਧ ਦੇ ਵਿੱਚ ਸ਼ਾਮਿਲ ਹੋ ਚੁੱਕਾ ਹੈ। ਹੁਣ ਮੰਨ ਲਓ ਕਿ ਨਾਟੋ ਅਗਰ ਇਸ ਚੀਜ਼ ਨੂੰ ਘੋਸ਼ਿਤ ਕਰਦਾ ਹੈ, ਘੋਸ਼ਣਾ ਇਸ ਚੀਜ਼ ਦੀ ਕਰਦਾ ਹੈ ਤਾਂ ਰੂਸ ਇਹ ਸਮਝ ਲਵੇਗਾ ਕਿ ਜਿਹੜਾ ਨਾਟੋ ਹੈ ਜੀ ਯੁੱਧ ਦੇ ਵਿੱਚ ਆ ਚੁੱਕਾ ਹੈ ਅਤੇ ਫਿਰ ਉਸ ਟਾਈਮ ਜਿਹੜੀ ਸੰਭਾਵਨਾ ਬਣ ਰਹੀ ਹੈ ਕਿ ਵਰਲਡ ਵਾਰ ਹੋਣ ਦੀ। ਬਾਕੀ ਇਹਦੇ ਵਿੱਚ ਜਿਹੜਾ ਤੀਸਰਾ ਪੱਖ ਨਾਟੋ ਹੈ ਜਿਸ ਨੂੰ ਕਿ ਜ਼ੇਲੈਂਸਕੀ ਨੇ ਕਿਹਾ ਸੀ ਕਿ ਇਸ ਨੂੰ ਜਿਹੜਾ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਵੇ ਅਤੇ ਰੂਸ ਨੇ ਕਿਹਾ ਸੀ ਕਿ ਅਗਰ ਨਾਟੋ ਇਸ ਨੂੰ ਨੋ ਫਲਾਇੰਗ ਜ਼ੋਨ ਘੋਸ਼ਿਤ ਕਰਦਾ ਹੈ ਤਾਂ ਉਹ ਫਿਰ ਇਹ ਮੰਨ ਕੇ ਚੱਲੇਗਾ ਕਿ ਜਿਹੜਾ ਨਾਟੋ ਜਾਂ ਕੋਈ ਵੀ ਤੀਸਰਾ ਪੱਖ ਯੁੱਧ ਦੇ ਵਿੱਚ ਸ਼ਾਮਿਲ ਹੋ ਚੁੱਕਾ ਹੈ। ਅਤੇ ਦੂਸਰੇ ਪਾਸੇ ਜਿਹੜਾ ਨਾਟੋ ਹੈ ਜੀ ਇਸ ਦਾ ਬਿਆਨ ਵੀ ਆ ਚੁੱਕਾ ਹੈ। ਉਸ ਦਾ ਇਹ ਕਹਿਣਾ ਹੈ ਕਿ ਅਗਰ ਯੂਕਰੇਨ ਦੇ ਉੱਪਰ ਜਿਹੜਾ ਏਰੀਆ ਹੈ ਨੋ ਫਲਾਇੰਗ ਜ਼ੋਨ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਨਾਟੋ ਦੇ ਵੱਲੋਂ
ਤਾਂ ਜਿਹੜੇ ਅਣਅਧਿਕਾਰਿਤ ਜਹਾਜ਼ ਹੋਣਗੇ, ਜਿਹਨੂੰ ਆਪਾਂ ਅਨਆਥੋਰਾਈਜ਼ਡ ਜਹਾਜ਼ ਵੀ ਕਹਿ ਸਕਦੇ ਹਾਂ, ਉਹਨਾਂ ਦੇ ਉੱਤੇ ਪਾਬੰਦੀ ਲੱਗ ਜਾਵੇਗੀ। ਜਿਹਦੇ ਨਾਲ ਹੋਏਗਾ ਕਿ ਜਿਹੜਾ ਕਿ ਰੂਸ ਹੈ, ਜਿਸ ਦੇ ਕੋਲ ਕਿ ਬਹੁਤ ਸਾਰੇ ਐਟੋਮਿਕ ਬੰਬ ਵੀ ਹਨ, ਉਹਨਾਂ ਦੀ ਯੂਰਪੀਅਨ ਦੇਸ਼ਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਜੰਗ ਜਿਹੜੀ ਉਹ ਛਿੜ ਸਕਦੀ ਹੈ ਅਤੇ ਇਹਦੇ ਵਿੱਚ ਜਿਹੜਾ ਨੁਕਸਾਨ ਕਈਆਂ ਦੇਸ਼ਾਂ ਦਾ ਹੋ ਸਕਦਾ ਹੈ। ਸੋ ਆਪਾਂ ਜਿਹੜਾ ਨਾਟੋ ਦਾ ਫੈਸਲਾ ਹੈ, ਆਪਾਂ ਇਸ ਨੂੰ ਇੱਕ ਗੁੱਡ ਨਿਊਜ਼ ਮੰਨਦੇ ਹਾਂ ਪੂਰੀ ਦੁਨੀਆ ਦੇ ਵਾਸਤੇ, ਕਿਉਂਕਿ ਜਿਹੜਾ ਨਾਟੋ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ ਅਤੇ ਯੁੱਧ ਦੇ ਵਿੱਚ ਜਿਹੜੀ ਸਿੱਧੀ ਐਂਟਰੀ ਨਹੀਂ ਕੀਤੀ। ਇਹ ਪੂਰੀ ਦੁਨੀਆ ਦੇ ਵਾਸਤੇ ਇੱਕ ਬਹੁਤ ਹੀ ਵੱਡੀ ਜਿਹੜੀ ਗੁੱਡ ਨਿਊਜ਼ ਹੈ। ਇਹ ਜਿਹੜੀ ਨਾਟੋ ਦੇ ਵੱਲੋਂ ਨਾ ਕੀਤੀ ਗਈ ਜਾਂ ਜਿਹੜੀ ਨਾ ਹੋਈ ਹੈ, ਬਹੁਤ ਹੀ ਵਧੀਆ ਗੱਲ ਹੈ। ਬਾਕੀ ਇਸ ਤੋਂ ਇਲਾਵਾ ਜਿਹੜਾ ਸੋਮਵਾਰ ਆ ਰਿਹਾ ਹੈ, ਸੋਮਵਾਰ ਨੂੰ ਤੀਸਰੇ ਦੌਰ ਦੀ ਜਿਹੜੀ ਗੱਲਬਾਤ ਹੋ ਰਹੀ ਹੈ, ਜਿਹਦੇ ਵਿੱਚ ਰੂਸ ਔਰ ਯੂਕਰੇਨ ਜਿਹੜੇ ਹਨ, ਦੋਨੋਂ ਦੇਸ਼ ਭਾਗ ਲੈਣਗੇ। ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਰੂਸ ਔਰ ਯੂਕਰੇਨ ਦੋਨੇ ਹੀ ਜਿਹੜੇ ਦੇਸ਼ ਹਨ, ਇਹ ਜੰਗਬੰਦੀ ਕਰਨਾ ਚਾਹੁੰਦੇ ਹਨ ਅਤੇ ਜਿਹੜੇ ਉੱਥੋਂ ਦੇ ਆਮ ਸਿਵਲੀਅਨ ਹਨ, ਨਾਗਰਿਕ ਹਨ, ਉਹਨਾਂ ਦੇ ਵਾਸਤੇ ਸੁਰੱਖਿਅਤ ਮਾਰਗ ਜਿਹੜਾ ਹੈ ਜੀ, ਉਹਨਾਂ ਨੂੰ ਕਿਵੇਂ ਦਿੱਤਾ ਜਾਵੇ, ਇਸ ਦੇ ਉੱਤੇ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੇਖਦੇ ਹਾਂ ਕਿ ਸੋਮਵਾਰ ਨੂੰ ਜਿਹੜਾ ਇਸ ਬੈਠਕ ਦਾ ਨਤੀਜਾ ਕੀ ਨਿਕਲਦਾ ਹੈ। ਬਾਕੀ ਜੇ ਆਪਾਂ ਗੱਲ ਕਰੀਏ ਉੱਤਰੀ ਕੋਰੀਆ ਦੀ, ਤਾਂ ਉੱਤਰੀ ਕੋਰੀਆ ਨੇ ਵੀ ਸਮੁੰਦਰ ਦੇ ਵਿੱਚ ਇੱਕ ਬੈਲਿਸਟਿਕ ਮਿਜ਼ਾਈਲ ਦਾ ਜਿਹੜਾ ਹੈ ਜੀ ਪ੍ਰੀਖਣ ਕੀਤਾ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਤੇ ਇਹ ਵੀ ਜਿਹੜਾ ਯੂਕਰੇਨ ਸੰਕਟ ਇਸ ਟਾਈਮ ਚੱਲ ਰਿਹਾ ਹੈ, ਇਹਨਾਂ ਨੂੰ ਲੈ ਕੇ ਜਿਹੜੀ ਇਹਨਾਂ ਦੀ ਬੈਠਕ, ਇੱਕ 8ਵੀਂ ਬੈਠਕ ਜਿਹੜੀ ਹੈ ਜੀ ਹੋ ਰਹੀ ਹੈ ਅਤੇ ਇੱਕ ਹਫ਼ਤੇ ਦੇ ਵਿੱਚ ਤਕਰੀਬਨ 8ਵੀਂ ਵਾਰ ਜਿਹੜੀ ਇਹਨਾਂ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੇ ਵਿੱਚ ਜਿਹੜੀ ਯੂਕਰੇਨ ਦੇ ਵਿੱਚ ਭਾਰਤੀ ਨਾਗਰਿਕ ਫਸੇ ਹੋਏ ਹਨ, ਇਹਦੇ ਵਾਸਤੇ ਜਿਹੜੀ ਸੈਂਟਰ ਸਰਕਾਰ ਆਪਰੇਸ਼ਨ ਗੰਗਾ ਜਿਵੇਂ ਚਲਾ ਰਹੀ ਹੈ, ਤੁਹਾਨੂੰ ਪਤਾ ਹੈ ਇਸ ਦੇ ਬਾਰੇ, ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ 13,000 ਤੋਂ ਜ਼ਿਆਦਾ ਜਿਹੜੇ ਲੋਕਾਂ ਨੂੰ ਇਹਨਾਂ ਨੂੰ ਸੇਫਲੀ ਤਰੀਕੇ ਦੇ ਨਾਲ ਉੱਥੋਂ ਕੱਢ ਲਿਆ ਗਿਆ ਹੈ। ਹਾਂਜੀ, ਜਿਹੜੀ ਆਪਣੀ ਅਗਲੀ ਖਬਰ ਹੈ ਜੀ, ਇੱਕ ਵਿਆਹ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਇਸ ਤਰ੍ਹਾਂ ਹੋਇਆ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਇੱਕ ਸ਼ਾਦੀ ਦੇ ਉੱਤੇ ਗਏ ਹੋਏ ਸਨ ਅਤੇ ਆਪਣਾ ਜਸ਼ਨ ਪਾਣੀ ਜਿਹੜਾ ਕਰ ਰਹੇ ਸਨ, ਜਿਵੇਂ ਕਿ ਖਾਣਾ ਖਾ ਰਹੇ ਸਨ। ਇਸ ਵਿਆਹ ਦੇ ਵਿੱਚ ਘੱਟ ਤੋਂ ਘੱਟ ਜਿਹੜੇ ਸਨ ਲੋਕ, ਇਹਨਾਂ ਦੀ ਗਿਣਤੀ ਤਕਰੀਬਨ 1200 ਦੱਸੀ ਜਾ ਰਹੀ ਹੈ, ਜਿਹੜੇ ਲੋਕ ਕਿ ਬਿਮਾਰ ਹੋਏ ਹਨ। ਇਹ ਬਿਮਾਰ ਹੋਏ ਹਨ, ਇਹਦੇ ਪਿੱਛੇ ਵੀ ਇੱਕ ਕਾਰਨ ਹੈ, ਕਿਉਂਕਿ ਇਹਨਾਂ ਨੇ ਉਸ ਵਿਆਹ ਸਮਾਰੋਹ ਦੇ ਵਿੱਚ ਖਾਣਾ ਖਾਧਾ ਸੀ ਅਤੇ ਖਾਣਾ ਖਾਣ ਤੋਂ ਬਾਅਦ ਜਿਹੜਾ ਹੈ ਜੀ, ਇਹ ਲੋਕ ਬਿਮਾਰ ਹੋਏ ਹਨ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਹੌਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ। ਅਤੇ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੇ ਜਦੋਂ ਖਾਣਾ ਖਾਧਾ, ਉਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਸ਼ੁਰੂ ਹੋਈਆਂ ਅਤੇ ਬਹੁਤ ਲੋਕਾਂ ਦੇ ਢਿੱਡ ਦੇ ਵਿੱਚ ਜਿਹੜੀ ਦਰਦ ਦੀ ਸ਼ਿਕਾਇਤ ਵੀ ਕੀਤੀ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 1200 ਦੇ ਕਰੀਬ ਜਿਹੜੇ ਲੋਕ ਬਿਮਾਰ ਹੋਏ ਹਨ, ਇਹਨਾਂ ਨੂੰ ਇੰਨੇ ਵੱਡੇ ਪੱਧਰ ਦੇ ਉੱਤੇ ਹੌਸਪੀਟਲਾਂ ਵਿੱਚ ਵੀ ਜਗ੍ਹਾ ਨਹੀਂ ਹੁੰਦੀ, ਤਾਂ ਇਸ ਕਰਕੇ ਇਲਾਕੇ ਦੇ ਅਲੱਗ-ਅਲੱਗ ਹੌਸਪੀਟਲਾਂ ਦੇ ਵਿੱਚ ਇਹਨਾਂ ਨੂੰ ਲਿਜਾਇਆ ਗਿਆ। ਇਹ ਸਾਰੀ ਘਟਨਾ ਮਹਿਸਾਣਾ ਜ਼ਿਲ੍ਹਾ ਪੈਂਦਾ ਹੈ ਜੀ ਗੁਜਰਾਤ ਦੇ ਵਿੱਚ, ਉੱਥੇ ਇਹ ਘਟਨਾ ਹੋਈ ਹੈ। ਹੁਣ ਗੱਲ ਕਰਦੇ ਹਾਂ ਪੈਟਰੋਲ ਡੀਜ਼ਲ ਦੇ ਬਾਰੇ, ਕਿ ਜਿਹੜੀਆਂ ਕੀਮਤਾਂ ਜਿੱਦਾਂ ਕਿ 2 ਯੂਰੋ ਜਾਂ ਇਸ ਦੇ ਆਸ-ਪਾਸ ਜਿਹੜੀਆਂ ਕੀਮਤਾਂ ਘੁੰਮ ਰਹੀਆਂ ਹਨ ਪੈਟਰੋਲ ਦੀਆਂ ਇਟਲੀ ਦੇ ਵਿੱਚ, ਕੀ ਇਹ ਰੇਟ ਅੱਗੇ ਹੋਰ ਜ਼ਿਆਦਾ ਵੱਧ ਸਕਦਾ ਹੈ ਜਾਂ ਰੇਟ ਜਿਹੜੇ ਹਨ ਥੱਲੇ ਆ ਸਕਦੇ ਹਨ। ਅਤੇ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਇਸ ਟਾਈਮ ਹੋਇਆ ਇਸ ਤਰ੍ਹਾਂ ਹੈ ਕਿ ਰੇਟ ਜਿਹੜਾ ਕੁਝ ਸਮਾਂ ਪਹਿਲਾਂ ਹੀ ਉੱਪਰ ਜਾਣਾ ਸ਼ੁਰੂ ਹੋ ਚੁੱਕਾ ਸੀ, ਕਿਉਂਕਿ ਜਿਹੜਾ ਅਮਰੀਕਾ ਸੀ ਪਹਿਲਾਂ ਜਦੋਂ ਕਿਤੇ ਰੂਸ ਜਿਹੜੀ ਸਪਲਾਈ ਪ੍ਰੋਡਕਸ਼ਨ ਪੈਟਰੋਲ ਡੀਜ਼ਲ ਦੀ ਘੱਟ ਕਰਦਾ ਸੀ, ਜਿਹੜਾ ਪੈਟਰੋਲੀਅਮ ਪਦਾਰਥ ਹੁੰਦੇ ਹਨ, ਕਿਉਂਕਿ ਰੂਸ ਦੇ ਵਿੱਚ ਬਹੁਤ ਜ਼ਿਆਦਾ ਪੈਟਰੋਲ ਜਿਹੜਾ ਜ਼ਮੀਨ ਦੇ ਵਿੱਚੋਂ ਨਿਕਲਦਾ ਹੈ। ਉਸ ਤੋਂ ਬਾਅਦ ਜਿੱਦਾਂ ਕਿ ਅਰਬ ਦੇਸ਼, ਜਿੱਦਾਂ ਕਿ ਸਾਊਦੀ ਅਰਬ ਵਗੈਰਾ ਵੀ ਜਿਹੜੇ ਵੱਡੇ ਉਤਪਾਦਕ ਦੇਸ਼ ਹਨ, ਅਤੇ ਅਮਰੀਕਾ ਰੂਸ ਨੂੰ ਥੱਲੇ ਲਾਉਣ ਦੇ ਵਾਸਤੇ ਅੱਗੇ ਕੀ ਕਰਦਾ ਹੁੰਦਾ ਸੀ ਕਿ ਜੇ ਪ੍ਰੋਡਕਸ਼ਨ ਆਪਣੇ ਰੂਸ ਦੇ ਵਿੱਚ ਘਟਦੀ ਹੈ ਜਾਂ ਉਹ ਜਾਣ-ਬੁੱਝ ਕੇ ਘਟਾਉਂਦਾ ਹੈ, ਤਾਂ ਅਮਰੀਕਾ ਸਾਊਦੀ ਅਰਬ ਨੂੰ ਕਹਿ ਜਾਂਦਾ ਸੀ ਕਿ ਤੂੰ ਆਪਣੀ ਜਿਹੜੀ ਤੇਲ ਦੀ ਪ੍ਰੋਡਕਸ਼ਨ ਹੈ ਇਸ ਨੂੰ ਵਧਾ ਦੇ, ਅਤੇ ਉਹ ਆਪਣੀ ਪ੍ਰੋਡਕਸ਼ਨ ਵਧਾ ਜਾਂਦਾ ਸੀ, ਜਿਸ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਤੇਲ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਸੀ, ਜਿਹਦੇ ਨਾਲ ਜਿਹੜੀਆਂ ਕੀਮਤਾਂ ਸਨ ਤੇਲ ਦੀਆਂ ਘੱਟ ਰਹਿੰਦੀਆਂ ਸਨ। ਪਰੰਤੂ ਇਸ ਵਾਰ ਜਿਹੜਾ ਕੰਮ ਉਲਟਾ ਹੋ ਗਿਆ। ਇਸ ਵਾਰ ਜਿਵੇਂ ਕਿ ਰੂਸ ਨੇ ਵੀ ਪ੍ਰੋਡਕਸ਼ਨ ਘਟਾ ਦਿੱਤੀ ਅਤੇ ਉਸ ਤੋਂ ਬਾਅਦ ਸਾਊਦੀ ਅਰਬ ਨੇ ਵੀ ਇਸ ਚੀਜ਼ ਦੇ ਬਾਰੇ ਅਮਰੀਕਾ ਨੂੰ ਮਨ੍ਹਾ ਕਰ ਦਿੱਤਾ ਸੀ ਕਿ ਉਹ ਜਿਹੜੀ ਪ੍ਰੋਡਕਸ਼ਨ ਵਧਾਏਗਾ, ਜਿਹਦੇ ਨਾਲ ਜਿਹੜੇ ਰੇਟ ਸਨ ਪੈਟਰੋਲ ਡੀਜ਼ਲ ਦੇ ਪਹਿਲਾਂ ਹੀ ਉੱਪਰ ਜਾ ਚੁੱਕੇ ਸਨ। ਅਤੇ ਬਲਦੀ ਦੇ ਵਿੱਚ ਅੱਗ ਪਾਉਣ ਦਾ ਜਿਹੜਾ ਕੰਮ ਹੈ ਜੀ, ਇਹ ਯੁੱਧ ਜਿਹੜਾ ਕਰ ਰਿਹਾ ਹੈ ਯੂਕਰੇਨ ਔਰ ਰੂਸ ਦਾ, ਜਿਹਦੀ ਵਜ੍ਹਾ ਦੇ ਨਾਲ ਇਹਦੇ ਉੱਤੇ ਹੋਰ ਜ਼ਿਆਦਾ ਪ੍ਰਭਾਵ ਪਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੈਟਰੋਲ ਜਾਂ ਡੀਜ਼ਲ ਦਾ ਰੇਟ ਹੈ ਇਹ ਵਧਣ ਦੀ ਅਜੇ ਤੱਕ ਪੂਰੀ ਸੰਭਾਵਨਾ ਹੈ। ਹੁਣ ਤੁਸੀਂ ਦੇਖੋਗੇ ਕਿ ਹਰ ਰੋਜ਼ ਜਿਹੜੀਆਂ ਕੁਝ ਤੇਜ਼ੀਆਂ ਉੱਪਰ ਜਾ ਰਿਹਾ ਹੈ ਡੀਜ਼ਲ ਪੈਟਰੋਲ। ਇਸੇ ਤਰ੍ਹਾਂ ਦੂਜੀ ਚੀਜ਼ ਜਿਹੜੀ ਹੈ ਕਿ ਸੋਨਾ ਵਗੈਰਾ ਜਿਹੜਾ ਹੈ ਇਸ ਦਾ ਰੇਟ ਵੀ ਵੱਧ ਸਕਦਾ ਹੈ। ਬਾਕੀ ਹੁਣ ਆਪਾਂ ਗੱਲ ਕਰ ਲਈਏ ਪੇਪਰਾਂ ਦੇ ਬਾਰੇ, ਜਿਹੜੇ ਪੇਪਰ ਭਰਵਾਏ ਗਏ ਸਨ ਉਹਨਾਂ ਦੇ ਬਾਰੇ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਪੇਪਰ ਭਰਵਾਏ ਹੋਏ ਹਨ ਤਾਂ ਫਿਲਹਾਲ ਇਸ ਟਾਈਮ ਜਿਹੜਾ ਇਹੀ ਤੁਹਾਡਾ ਫਰਜ਼ ਹੈ ਕਿ ਤੁਸੀਂ ਜਿਹੜਾ ਚੁੱਪ-ਚਾਪ ਆਪਣੇ ਪੂਰੇ ਆਰਾਮ ਦੇ ਨਾਲ ਬੈਠੋ। ਅਜੇ ਤੱਕ ਕੋਈ ਵੀ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ, ਕਿਉਂਕਿ ਕੁਝ ਸਮਾਂ ਜਿਹੜਾ ਪੇਪਰ ਨਿਕਲਣ ਦੇ ਵਾਸਤੇ ਚਾਹੀਦਾ ਹੁੰਦਾ ਹੈ। ਜੇ ਤੁਸੀਂ ਕਿਸੇ ਵੀ ਬੰਦੇ ਨਾਲ ਜਿਸ ਦੇ ਕੋਲੋਂ ਤੁਸੀਂ ਪੇਪਰ ਵਗੈਰਾ ਭਰਵਾਏ ਹੋਏ ਹਨ, ਉਹਨਾਂ ਨੂੰ ਅਗਰ ਤੁਸੀਂ ਪੁੱਛੋਗੇ ਤਾਂ ਉਹ ਵੀ ਤੁਹਾਨੂੰ ਘੱਟ ਤੋਂ ਘੱਟ ਕਹਿਣਗੇ ਕਿ 6 ਮਹੀਨੇ ਦਾ ਸਮਾਂ ਜਿਹੜਾ ਇਸ ਦੇ ਵਿੱਚ ਸਾਨੂੰ ਜ਼ਰੂਰ ਦੇਵੋ। ਕਈ ਵਾਰ 6 ਮਹੀਨੇ ਤੋਂ ਪਹਿਲਾਂ ਵੀ ਪੇਪਰ ਨਿਕਲ ਆਉਂਦੇ ਹਨ ਅਤੇ ਕਈ ਵਾਰ ਟਾਈਮ ਵੀ ਲੱਗ ਜਾਂਦਾ ਹੈ।
ਹੁਣ ਗੱਲ ਕਰਦੇ ਹਾਂ ਫਿਟਬਿਟ ਦੀ। ਫਿਟਬਿਟ ਨੇ ਕੀ ਕੀਤਾ ਕਿ ਆਪਣੀ ਜਿਹੜੀਆਂ 17 ਲੱਖ ਸਮਾਰਟ ਘੜੀਆਂ ਹਨ ਇਹਨਾਂ ਨੂੰ ਰੀਕਾਲ ਕੀਤਾ ਹੈ। ਇਹਦੇ ਵਿੱਚ ਜਿਹੜਾ ਕੰਪਨੀ ਨੇ ਦੱਸਿਆ ਜਿਹੜਾ ਕਾਰਨ ਇਸ ਦਾ ਕੀ ਹੈ, ਇਸ ਨੂੰ ਜਿਹੜਾ ਰੀਕਾਲ ਕਿਉਂ ਕੀਤਾ ਗਿਆ ਹੈ। ਇਹਦਾ ਜਿਹੜਾ ਵੱਡਾ ਕਾਰਨ ਇਹ ਹੈ ਕਿ ਜਿਹੜੀ ਇਸ ਘੜੀ ਦੀ ਜਿਹੜੀ ਵਾਚ ਦੀ ਬੈਟਰੀ ਹੈ ਉਹਦੇ ਕਾਰਨ ਇਸ ਨੂੰ ਰੀਕਾਲ ਕੀਤਾ ਗਿਆ ਹੈ, ਕਿਉਂਕਿ ਇਹਦੇ ਵਿੱਚ ਕੁਝ ਕੰਪਲੇਂਟ ਵਗੈਰਾ ਆ ਰਹੀ ਸੀ ਬੈਟਰੀ ਓਵਰਹੀਟਿੰਗ ਦੀ, ਅਤੇ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਜਿਹੜੀ ਸ਼ਿਕਾਇਤ ਆਈ ਸੀ। ਅਮਰੀਕਾ ਦੇ ਇੱਕ ਕਮਿਸ਼ਨ ਦੇ ਵੱਲੋਂ ਜਿਹੜਾ ਅਮਰੀਕੀ ਕੰਜ਼ਿਊਮਰ ਪ੍ਰੋਡਕਟ ਸੇਫਟੀ ਕਮਿਸ਼ਨ ਹੈ ਜੀ, ਉਸਨੇ ਇਹ ਦੱਸਿਆ ਹੈ ਕਿ ਉਹਨਾਂ ਨੂੰ ਤਕਰੀਬਨ 100 ਤੋਂ ਜ਼ਿਆਦਾ ਯੂਜ਼ਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਹੜੇ ਕਿ ਇਸ ਸਮਾਰਟ ਵਾਚ ਦੇ ਕਾਰਨ ਸੜ ਗਏ ਸਨ। ਇਸੇ ਤੁਹਾਨੂੰ ਇਹ ਵੀ ਦੱਸੀਏ ਕਿ ਜਿਹੜੀ ਇਹ ਸਮਾਰਟ ਵਾਚ ਹੁੰਦੀ ਹੈ, ਜੋ ਤੁਸੀਂ ਗੁੱਟ ਦੇ ਨਾਲ ਇਸ ਨੂੰ ਬੰਨ੍ਹਦੇ ਹੋ ਤਾਂ ਇਸ ਦੇ ਵਿੱਚ ਬੈਟਰੀ ਵੀ ਹੁੰਦੀ ਹੈ। ਜੇ ਬੈਟਰੀ ਦੇ ਵਿੱਚ ਕੁਝ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਨਾਲ ਜਿਹੜਾ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ, ਅਤੇ ਇਸ ਤਰ੍ਹਾਂ ਇਹ ਇਹਨਾਂ ਲੋਕਾਂ ਦੇ ਨਾਲ ਹੋਇਆ ਹੈ। ਇੱਥੇ ਤੁਹਾਨੂੰ ਇਹ ਵੀ ਦੱਸੀਏ ਕਿ ਜਿਹੜੀ ਕੰਪਨੀ ਹੈ ਜੀ $299 ਦਾ ਜਿਹੜਾ ਰਿਫੰਡ ਦੇ ਰਹੀ ਹੈ। ਇਹਦੇ ਨਾਲ ਹੀ ਅੱਜ ਦੇ ਆਪਾਂ ਇਸ ਬੁਲੇਟਿਨ ਨੂੰ ਇੱਥੇ ਖਤਮ ਕਰਦੇ ਹਾਂ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਤਾਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।